नमस्कार, ओम शांति ते नाले सत श्री अकाल। सतगुरु करता पुरख 'ਚ ਅੱਜ ਫਿਰ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਅਸੀਂ ਪਿਛਲੇ ਕੁਝ ਐਪੀਸੋਡ 'ਚ ਗੱਲ ਕਰਦੇ ਆਏ ਅਹੰਕਾਰਹੀਨਤਾ ਦੇ ਬਾਰੇ 'ਚ। ਅੱਜ ਫਿਰ ਅਸੀਂ ਕੁਝ ਗਿਆਨ ਦੇ ਬਾਰੇ 'ਚ ਹੀ ਗੱਲ ਕਰਾਂਗੇ, ਪਰ ਉਸ ਦੇ ਪਹਿਲੇ ਅਸੀਂ ਸਵਾਗਤ ਕਰਦੇ ਹਾਂ ਸਾਡੇ ਭਰਾਤਾ ਨਿਰਵੈਰ ਭਾਈ ਸਾਹਿਬ ਦਾ। ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। बड़ा बड़ा धन्यवाद और सब सुनने वाले भाई भैनों ਨੂੰ मेरी जिगरी नमस्कार। ओम शांति जी भाई साहब, ਅੱਜ ਦਾ ਪ੍ਰਸ਼ਨ ਹੈ ਕਿ ਸੰਗਮ युगी ਜਿਹੜਾ ਇਹ ਸੰਗਮ युग जो ਚੱਲਿਆ ਵਾ, ਇਸ 'ਚ ਬ੍ਰਾਹਮਣ ਕਿਤਨੇ ਪ੍ਰਕਾਰ ਦੇ ਹੁੰਦੇ? जो लौकिक ब्राह्मण जाति जिसनों कहते हैं जी, ਉਹਦੇ ਬਾਰੇ 'ਚ ਤੁਹਾਨੂੰ ਪਤਾ ਹੋਏਗਾ ਕਿ ਪੁਸ਼ਕਰਣੀ ब्राह्मण भी ਹੁੰਦੇ ਆ जी, और दूसरे ब्राह्मण महाराष्ट्र च भी है, विशेष उन्होंने कोई ਨਾਂ ਦਿੱਤਾ ਜਾਂਦਾ ਹੀ। और ब्राह्मण खास जो भी है भक्ति मार्ग च ब्राह्मणों का बहुत उच्च स्थान है। कोई भी मनुष्य जीवन दे भिन्न भिन्न समय के अनुसार जन्म है, फिर उस तो बाद वो जनेऊ पहनने का टाइम आउंदा ही, फिर वड्डे हुंदे है, शादी हुंदी है, उस वेले बच्चे आउंदे है ते उस वेले फिर कोई शरीर छड्डदा ते उस वेले उन्हां दे बारे च प्रार्थना करनी, ये करना वो करना, भोग लगाना, उस उहदे इन्हां गल्लां च जो ब्राह्मण जाति जिन्हों कहते हैं जी, तो वो अपनी सेवा दिंदे रहंदे ने इस तरह भक्ति मार्ग च। जी, दूसरे है जिहड़े ज्ञानवान ब्राह्मण जिन्हों कहा जाता, जदों परम पिता परमात्मा शिव ब्रह्मा तन च प्रवेश करके ईश्वरी ज्ञान दिंदे ने, जो उस ज्ञान नूं लै करके और अपने जीवन नूं पवित्र बनाउंदे आ। क्योंकि मैं जिस तरह भक्ति मार्ग दा दस्या कि कोई भी पवित्र कार्य है, महान कार्य है, तो वो ब्राह्मणां दे हत्थों करवाउंदे ने। कई कहानियां भी हैगियां ही, जिस तरह कहानी श्रीलंका ते राम जी ने जदों चढ़ाई करनी सी जी, तो उस वेले सब तो ज़्यादा प्रकांड पंडित जिन्हों कहा जाता ही, जी, वो रावण सी। जी, और रावण नूं खास आमंत्रित किया कि आ करके यज्ञ करना। और उहदी कहानी तुहानूं पता ही है कि रामेश्वरम च आ करके उत्थे खास शिव बाबा दी उन्होंने पूजा की थी ताकि राम जी दी विजय हो जाए। अच्छा, तो इस करके वो तो गल्लां हुण भगती मार्ग दियां सारियां हैगियां ही। लेकिन सानू जिहड़ी ईश्वरी ज्ञान मिलिया ही, इस हिसाब नाल देखो साडा लौकिक जन्म जिहड़ा ही जी, किसे दा किसे हिंदू घर च किते भी होएगा, या मुस्लिम घर च किते भी होएगा, या क्रिश्चन घर च किते भी होएगा, सिख धर्म च किते भी होएगा, लेकिन ईश्वरी ज्ञान जिहड़ा ही
ਉਹ ਗਿਆਨ ਲੈਣ ਵਾਸਤੇ ਹਰ ਇੱਕ ਦਾ ਹੱਕ ਹੈਗਾ, ਅੱਛਾ, ਅਧਿਕਾਰੀ ਹੈ। ਔਰ ਜਦੋਂ ਈਸ਼ਵਰੀ ਗਿਆਨ ਲੈਂਦੇ ਆ ਤੇ ਅਸੀਂ ਇਸ ਬਾਤ ਨੂੰ ਅੱਛੀ ਤਰ੍ਹਾਂ ਸਮਝ ਜਾਂਦੇ ਆ ਕਿ ਅਸੀਂ ਅਸਲ ਵਿੱਚ ਪਰਮਾਤਮਾ ਪਿਤਾ ਦੇ ਬੱਚੇ ਹੈਗੇ ਆ ਔਰ ਰੂਹਾਨੀ ਬੱਚੇ ਹੈਗੇ ਆ, ਔਰ ਬ੍ਰਹਮਾ ਪਿਤਾ ਦੇ ਅਸੀਂ ਅਲੌਕਿਕ ਬੱਚੇ ਹੈਗੇ ਆ। ਤੇ ਬ੍ਰਹਮਾ ਦੀ ਸੰਤਾਨ ਹੋਣ ਕਰਕੇ ਬ੍ਰਹਮਾ ਕੁਮਾਰ, ਬ੍ਰਹਮਾ ਕੁਮਾਰੀ ਕਹਿਲਾਉਂਦੇ। ਔਰ ਕਿਉਂਕਿ ਪ੍ਰੈਕਟੀਕਲੀ ਜੋ ਬ੍ਰਾਹਮਣ ਜੀਵਨ ਦੀ ਜਿਹੜੀ ਮਰਿਆਦਾ ਹੈ ਔਰ ਜੋ ਇਸ ਪੁਰਸ਼ੋਤਮ ਸੰਗਮ ਯੁੱਗ 'ਚ ਵਿਸ਼ੇਸ਼ ਬ੍ਰਾਹਮਣਾਂ ਦਾ ਜਿਹੜਾ ਬ੍ਰਹਮਾ ਕੁਮਾਰੀ ਬਹਿਨ ਜਾਂ ਬ੍ਰਹਮਾ ਕੁਮਾਰ ਭਾਈ, ਉਹਨਾਂ ਦੇ ਜ਼ਰੀਏ ਜਿਹੜੀ ਸੇਵਾ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਦੇਖਣਗੇ ਕਿ ਸਵਯੰ ਨੂੰ ਵੀ ਆਪਣੇ ਆਪ ਨੂੰ 5 ਵਿਕਾਰਾਂ ਤੋਂ ਮੁਕਤ ਕਰਦੇ ਨੇ ਔਰ ਆਪਣੇ ਜੀਵਨ 'ਚ ਪਵਿੱਤਰਤਾ ਦਾ ਜੀਵਨ, ਸਾਰਾ ਜੀਵਨ ਪਵਿੱਤਰਤਾ ਦਾ ਪ੍ਰਣ ਲੈਂਦੇ ਨੇ। ਔਰ ਉਹਦੇ ਵਿੱਚ ਖਾਣ ਪਾਨ, ਰਹਿਣ ਸਹਿਣ ਹਰ ਤਰ੍ਹਾਂ ਦਾ ਬਿਲਕੁਲ ਪਵਿੱਤਰਤਾ ਦੇ ਆਧਾਰ 'ਤੇ ਜੀ। ਔਰ ਉਸ ਦੇ ਨਾਲ ਫਿਰ ਈਸ਼ਵਰੀ ਗਿਆਨ ਔਰ ਸਹਿਜ ਰਾਜਯੋਗ ਦੀ ਜਿਹੜੀ ਸਿੱਖਿਆ ਹੈ ਉਹ ਨਿਯਮਿਤ ਰੂਪ 'ਚ ਅੱਛੀ ਤਰ੍ਹਾਂ ਆਪਣੇ ਜੀਵਨ 'ਚ ਲਿਆਉਂਦੇ ਨੇ। ਤੇ ਇਹ ਪੁਰਸ਼ੋਤਮ ਸੰਗਮ ਯੁੱਗ ਜਿਹਨੂੰ ਕਿਹਾ ਜਾਂਦਾ ਹੈ, ਉਹ ਹੈ ਕਲਯੁਗ ਦਾ ਅੰਤ, ਸਤਯੁਗ ਦਾ ਆਦਿ, ਜਿਹਨੂੰ ਅੰਗਰੇਜ਼ੀ 'ਚ ਕਹਿ ਦਿੰਦੇ ਆ ਡਾਇਮੰਡ ਏਜ। ਜੀ। ਡਾਇਮੰਡ ਏਜ ਦਾ ਮਤਲਬ ਹੀ ਇਹ ਹੈ ਕਿ ਮਨੁੱਖ ਨੂੰ ਇਤਨਾ ਸ੍ਰੇਸ਼ਟ ਬਣਨ ਵਾਸਤੇ ਬ੍ਰਾਹਮਣ ਜੀਵਨ ਜਿਹੜੀ ਹੈ ਉਹ ਸਾਨੂੰ ਹੀਰੇ ਤੁੱਲ ਬਣਾ ਦਿੰਦੀ ਹੈ। ਹੀਰੇ ਤੁੱਲ। ਔਰ ਹੀਰਾ ਵੀ ਕਿਹੜਾ? ਫਲॉलेस, ਕੋਈ ਦਾਗ ਨਹੀਂ ਉਹਦੇ 'ਚ। ਤੇ ਉਹ ਬ੍ਰਾਹਮਣ ਜਿਹਨੂੰ ਤੁਸੀਂ ਸੱਚੇ ਬ੍ਰਾਹਮਣ ਕਹਿਣਗੇ, ਬ੍ਰਾਹਮਣ ਤੇ ਸਭ ਹੈਗੇ ਆ, ਦੂਸਰੇ ਵੀ ਹੈਗੇ ਆ, ਲੇਕਿਨ ਜੋ ਪ੍ਰੈਕਟੀਕਲ ਲਾਈਫ 'ਚ ਪਵਿੱਤਰਤਾ ਦੀ ਧਾਰਨਾ ਕਰਕੇ ਚੱਲਦੇ ਆ, ਜਿਨ੍ਹਾਂ ਦਾ ਖਾਣ ਪਾਣ ਸਟ੍ਰਿਕਟ ਵੈਜੀਟੇਰੀਅਨ ਸਿਰਫ ਨਹੀਂ ਹੈ, ਲੇਕਿਨ ਉਹ ਪ੍ਰਸਾਦ ਦੀ ਤਰ੍ਹਾਂ ਆਪਣਾ ਭੋਜਨ ਬਣਾ ਕੇ ਖਾਂਦੇ ਨੇ, ਖਿਲਾਉਂਦੇ ਨੇ। ਔਰ ਫਿਰ ਉਸ ਦੇ ਨਾਲ ਸਾਰੇ ਦਿਨ ਦੀ ਦਿਨਚਰਿਆ 'ਚ ਇਹੋ ਜਿਹੇ ਨਿਯਮ ਆਪਣੇ ਜੀਵਨ 'ਚ ਬਣਾਏ ਹੋਏ ਨੇ ਕਿ ਜਿਹਦੇ 'ਚ ਬਹੁਤ ਸਵੱਛਤਾ ਦੇ ਆਧਾਰ 'ਤੇ ਖਾਣ ਪਾਨ, ਰਹਿਣ ਸਹਿਣ ਔਰ ਪਰਮਾਤਮਾ ਦੇ ਨਾਲ ਮਨ ਲਗਾ ਕਰਕੇ ਹਰ ਕਦਮ 'ਤੇ ਆਪਣੇ ਆਪ ਨੂੰ ਯਾਦ ਦਿਲਾਉਂਦੇ, ਪ੍ਰੈਕਟੀਕਲ ਦੇਖਣ 'ਚ ਆਉਂਦਾ ਹੀ ਕਿ ਕਿਤਨੇ ਇੱਕ ਅਲੱਗ ਹੀ ਅਲੌਕਿਕ ਛਵੀ ਹੁੰਦੀ ਆ ਹਰ ਇੱਕ ਦੀ, ਦੂਰ ਤੋਂ ਪਹਿਚਾਨੇ ਜਾਂਦੇ ਆ। ਜੀ। ਅਸੀਂ ਤੇ ਪ੍ਰੈਕਟੀਕਲ ਅਨੁਭਵ ਕੀਤਾ ਹੀ, ਕਦੀ ਯਾਤਰਾ 'ਚ ਕਿਤੇ ਗਏ, ਭਾਵੇਂ ਟ੍ਰੇਨ 'ਚ ਗਏ ਜਾਂ ਪਲੇਨ 'ਚ ਗਏ, ਵਿਦੇਸ਼ 'ਚ ਗਏ, ਸਾਡੇ ਜਿਹੜੇ ਨਿਯਮ ਦੇ ਕਾਰਨ ਜੋ ਸੱਚੇ ਬ੍ਰਾਹਮਣਾਂ ਦੇ ਜੋ ਨਿਯਮ ਹੈਗੇ ਆ, ਪ੍ਰੈਕਟੀਕਲ ਲਾਈਫ 'ਚ ਉਹ ਚੀਜ਼ਾਂ ਹੋਣ ਕਰਕੇ ਸਾਡੇ ਜਿਹੜੇ ਪ੍ਰਕੰਪਨ ਹੈਗੇ ਆ, ਵਾਈਬ੍ਰੇਸ਼ਨ ਹੈਗੇ ਆ, ਤਾਂ ਉਹ ਲੋਕਾਂ ਨੂੰ ਮਹਿਸੂਸ ਹੁੰਦੇ ਆ, ਬੜਾ ਆਕਰਸ਼ਿਤ ਕਰਦੇ ਆ ਉਹ ਜਿਹੜੇ ਵਾਈਬ੍ਰੇਸ਼ਨ ਹੈ। ਔਰ ਕਈ ਆ ਕਰਕੇ
परिचय अपना देंगे, बहुत अच्छी बैकग्राउंड वाले भी, और फिर उस तो बाद ਚਾਹੁਣਗੇ ਕਿ ਅਸੀਂ ਕੁਛ ਉਹਨਾਂ ਨੂੰ ਈਸ਼ਵਰੀ ਗਿਆਨ ਦੀ ਗੱਲ ਸੁਣਾਈਏ। ਪ੍ਰੈਕਟੀਕਲ ਲਾਈਫ 'ਚ ਸ਼ਾਂਤੀ ਕਿਸ ਤਰ੍ਹਾਂ ਹੋ ਸਕਦੀ ਹੈ, ਪ੍ਰੈਕਟੀਕਲ ਲਾਈਫ ਇਤਨੀ ਪਵਿੱਤਰ ਕਿਸ ਤਰ੍ਹਾਂ ਬਣ ਸਕਦੀ ਹੈ, ਇਹਦੇ ਬਾਰੇ ਪੁੱਛਦੇ ਨੇ ਉਹ। ਤੇ ਸੱਚੇ ਬ੍ਰਾਹਮਣ ਮਾਨਾ ਹੀ ਜਿਨ੍ਹਾਂ ਨੇ ਆ ਜੀਵਨ ਆਪਣੇ ਜੀਵਨ 'ਚ ਮਨ ਵਾਣੀ ਕਰਮ ਹਰ ਤਰ੍ਹਾਂ ਪਵਿੱਤਰਤਾ ਦਾ ਪ੍ਰਣ ਲਿਆ ਹੈ ਜੀ। ਔਰ ਪ੍ਰਣ ਵੀ ਇਹੋ ਜਿਹਾ ਕਿ ਵਚਨ ਜਾਏ ਜਾਨ ਨਹੀਂ, ਜਾਏ ਪਰ ਵਚਨ ਨਾ ਜਾਏ, ਜਾਨ ਜਾਏ ਪਰ ਵਚਨ ਨਾ ਜਾਏ। ਕਈ ਵਾਰ ਇਹੋ ਜਿਹੀਆਂ ਗੱਲਾਂ ਸੁਣਦੇ ਆ ਅਸੀਂ ਜੀ, ਤੇ ਉਹਦੇ ਵਾਸਤੇ ਸਹਿਨ ਵੀ ਕਰਨਾ ਪਿਆ ਕਈ ਲੋਕਾਂ ਨੂੰ, ਖਾਸ ਕਰ ਮਹਿਲਾ ਜੋ ਬਾਬਾ ਦੇ ਬੱਚੇ ਜਿਹੜੇ ਭੈਣਾਂ ਹੈਗੀਆਂ, ਜੀ ਜੀ, ਤੇ ਉਹ ਉਹਨਾਂ ਦੇ ਸਾਹਮਣੇ ਬੜੀ ਡਿਫਿਕਲਟੀ ਆਉਂਦੀ ਆ। ਉਹ ਲੋਕ ਸਮਝਦੇ ਨਹੀਂ ਇਸ ਚੀਜ਼ ਨੂੰ ਕਿ ਕਿਤਨੀ ਅੱਛੀ ਚੀਜ਼ ਹੈ। ਪਵਿੱਤਰ ਜੀਵਨ ਕਿਤਨਾ ਸਾਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਸਕਦਾ ਹੀ, ਉਹਦੀ ਉਹਨਾਂ ਨੂੰ ਗਿਆਨ ਨਾ ਹੋਣ ਕਰਕੇ ਥੋੜ੍ਹੀ ਡਿਫਰੈਂਸਿਸ ਹੁੰਦੇ, ਪਰ ਬਾਅਦ 'ਚ ਧੀਰੇ ਉਹ ਵੀ ਸਮਝ ਜਾਂਦੇ ਆ ਔਰ ਫਿਰ ਖੁਦ ਵੀ ਉਹਦਾ ਲਾਭ ਲੈਣ ਲੱਗ ਪੈਂਦੇ। ਜੀ ਭਾਜੀ, ਜਦ ਕੱਲ ਜਿੱਦਾਂ ਅਸੀਂ ਕੱਲ ਬਾਪ ਦਾਦਾ ਮਿਲਨ ਕੀਤਾ था, ਉਸ 'ਚ ਬਾਬਾ ਨੇ ਬੋਲਾ ਕਿ ਰਾਏ ਜਾਂ ਫਿਰ ਮੈਂ ਆਗਿਆ ਹੀ ਦਿੰਦਾ ਹੈ ਕਿ ਨੌਲੇਜਫੁਲ, ਪਾਵਰਫੁਲ ਔਰ ਲਵਫੁਲ, ਉਸ 'ਚ ਮਨਸਾ ਵਾਚਾ ਕਰਮਣਾ। ਅਗਰ ਅਸੀਂ ਆਪਣੇ ਆਪ ਨੂੰ ਦੇਖੀਏ ਕਿ ਇਤਨੇ % ਅਸੀਂ ਹੋ ਗਏ ਵੇ, ਲੇਕਿਨ ਬਾਪ ਸਮਾਨ ਹਾਲੇ ਅਸੀਂ ਨਹੀਂ ਬਣੇ, ਉਸ 'ਚ ਕੀ ਪੁਰਸਾਰਥ ਕਰਨਾ ਪਊਗਾ ਸਾਨੂੰ? ਬਾਪ ਸਮਾਨ ਬਣਨ ਵਾਸਤੇ ਤੇ ਫਿਰ ਬਾਪ ਦੇ ਨਾਲ ਸਦਾ ਕੋਸ਼ਿਸ਼ ਕਰਨੀ ਹੈ ਕਿ ਮਨ ਲਗਾ ਕੇ ਰੱਖੀ। ਜੋ शिव बाबा और ब्रह्मा बाबा ने इतनी ज्ञान की गहराई दसी है, उस ज्ञान च धारणा जिहड़ी है ਉਹਦੇ ਬਾਰੇ ਚ ਦੱਸਿਆ ਹੀ ਜੀ। ਤੁਸੀਂ ਦੇਖਣਗੇ ਕਿ ਦੁਨੀਆ 'ਚ ਜਿਸ ਤਰ੍ਹਾਂ ਜੈਨ ਲੋਕ ਹੁੰਦੇ ਆ ਤੇ ਉਹਨਾਂ ਨੂੰ ਇੱਕ ਇਹੋ ਜਿਹੀ ਸਿੱਖਿਆ ਮਿਲਦੀ ਹੈ ਕਿ ਕਿਸੇ ਜੀਵ ਨੂੰ ਦੁੱਖ ਨਾ ਦੇ। ਜੀ ਜੀ। ਤੇ ਉਹਦੇ ਵਾਸਤੇ ਉਹ ਬੜਾ ਹੀ ਧਿਆਨ ਰੱਖਦੇ ਨੇ। ਔਰ ਅੱਜ ਕੱਲ੍ਹ ਤੇ ਹੁਣ ਜ਼ਮਾਨਾ ਐਸਾ ਆ ਗਿਆ ਕਿ ਸਭ ਨੂੰ ਮੂੰਹ ਤੇ ਉਹ ਪੱਟੀ ਲਗਾ ਕਰਕੇ ਚੱਲਣਾ ਪੈਂਦਾ ਹੀ। ਤੇ ਉਹ ਖਾਸ ਕਿਸੇ ਜੀਵ ਨੂੰ ਦੁੱਖ ਨਾ ਦਈਏ। ਸਾਡੇ ਕਾਰਨ ਕੋਈ ਚੀਟੀ ਵੀ ਸਾਡੇ ਪਾँव ਦੇ ਨੀਚੇ ਨਾ ਆ ਜਾਏ ਜੀ, ਉਹ ਵੀ अच्छा नहीं माना जाएगा। कोई चींटी है या कोई कीड़ा है, कुछ भी है, लेकिन ਇਹਦਾ मतलब ਇਹ ਵੀ ਨਹੀਂ ਹੈ ਕਿ ਤੁਹਾਡੇ ਪਾँव ਤੇ ਕੁਝ ਚੜ ਗਿਆ ਔਰ ਤੁਸੀਂ ਉਹਨੂੰ ਉਹ ਕੱਟਣ ਦਿਓ। ਜੀ, ਆਪਣੇ ਆਪ ਨੂੰ ਸੇਫ ਤੇ ਰੱਖਣਾ ਜ਼ਰੂਰੀ ਹੈ, ਕਿਉਂਕਿ ਕੋਈ ਕੀੜਾ ਕੱਟ ਦੇ ਔਰ ਉਹਦਾ ਜ਼ਹਿਰ ਚੜ ਜਾਏ ਤੇ ਹੋਰ ਹੀ ਆਪਣੀ ਜਾਨ ਗਵਾਵਾਂਗੇ ਜੀ। ਇਸ ਕਰਕੇ ਬੜਾ ਧਿਆਨ ਰੱਖਣਾ ਪੈਂਦਾ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਸੱਚੇ ਬ੍ਰਾਹਮਣ ਜਿਹੜੇ ਨੇ, ਬ੍ਰਾਹਮਣਾਂ ਨੂੰ ਇੱਥੋਂ ਤਾਂ ਹੀ ਧਿਆਨ ਰੱਖਣਾ ਪੈਂਦਾ ਹੈ ਕਿ ਅਸੀਂ ਕਿਸੇ ਨੂੰ ਮਨ ਦੁਆਰਾ ਵੀ ਦੁੱਖ ਨਾ ਦੇਈਏ।
ਦੁੱਖ ਦੇਣਾ ਉਹ ਸਾਡੀ ਡਿਕਸ਼ਨਰੀ 'ਚ ਨਹੀਂ ਹੋਣਾ ਚਾਹੀਦਾ। ਇਸ ਤੋਂ ਕੀ ਸਿੱਧ ਹੁੰਦਾ ਹੈ? ਜਾਂ ਤੇ ਤੁਸੀਂ ਸੁੱਖ ਲਓ ਔਰ ਸੁੱਖ ਦਿਓ, ਜੀ, ਅੱਛਾ, ਔਰ ਸੁੱਖ ਨਹੀਂ ਲੈਣਾ ਜਾਂ ਨਹੀਂ ਦੇਣਾ ਤੇ ਫਿਰ ਨਿਊਟਰਲ ਰਹੋ। ਨਿਊਟਰਲ ਗੇਅਰ 'ਚ ਗੱਡੀ ਚੱਲਦੀ ਆ, ਕਿੰਨੀ ਚੱਲਦੀ ਆ ਵੀ ਪਤਾ ਨਹੀਂ, ਲੇਕਿਨ ਬੈਟਰ ਇਹ ਹੈ ਕਿ ਇੱਕ ਆਪਣੇ ਮਨ 'ਚ ਇੱਕ ਦ੍ਰਿੜਤਾ ਦਾ ਸੰਕਲਪ ਲਈਏ ਕਿ ਅਸੀਂ ਕਿਸੇ ਨੂੰ ਦੁੱਖ ਨਹੀਂ ਦੇਣਾ। ਬਸ ਅਸੀਂ ਦੁੱਖ ਨਹੀਂ ਦਿਆਂਗੇ ਤੇ ਫਿਰ ਰਿਐਕਸ਼ਨ ਵੀ ਨਹੀਂ ਹੋਏਗਾ। ਸੁੱਖ ਹੀ ਸੁੱਖ ਹੈ ਫਿਰ ਜੀ। ਤੇ ਇਹ ਤਿੰਨਾਂ ਚੀਜ਼ਾਂ ਹੋਣੇ ਦੇ ਵਾਸਤੇ ਵੀ ਮਤਲਬ ਇਸ 'ਚ ਪਰਸੈਂਟ ਗਿਣਦੇ ਵਾਸਤੇ ਵੀ ਤਾਂ ਅਸੀਂ ਬਾਪ ਸਮਾਨ ਬਣੂਗੇ ਜਾਂ ਹੋਰ ਜ਼ਿਆਦਾ? ਤੁਸੀਂ ਤਾਂ ਇੱਕ ਦੁੱਖ ਦੀ ਗੱਲ ਕੀਤੀ, ਹੋਰ ਵੀ ਕੋਈ ਜਿੱਦਾਂ ਬੋਲਦੇ ਕਿ ਨਹੀਂ ਮੁਰਲੀ ਸੁਣਨਾ, ਯਾਦ ਕਰਨਾ ਜਾਂ ਫਿਰ ਅੰਮ੍ਰਿਤ ਵੇਲਾ ਕਰਨਾ, ਉਸ 'ਚ ਵੀ ਪਰਸੈਂਟੇਜ ਗਿਣੀ ਜਾਂਦੀ? ਪਰਸੈਂਟੇਜ ਤੇ ਜੀਵਨ ਬਣਾਉਣ ਦੇ ਬਾਰੇ 'ਚ। ਅੱਛਾ। ਸਾਡਾ ਜੀਵਨ ਕਿਤਨਾ ਦਿਵਯ ਬਣਿਆ, ਦੇਵੀ ਬਣਿਆ। ਜੀਵਨ 'ਚ ਕਿਤਨੇ ਸਾਡੇ ਦੇਵੀ ਗੁਣ ਆਏ ਨੇ। ਜੀ। ਸਾਡੇ ਜੀਵਨ 'ਚ ਕਿਤਨਾ ਕਲਿਆਣ ਦੀ ਭਾਵਨਾ ਆਈ ਹੈ ਔਰ ਉਸ ਦੇ ਅਨੁਸਾਰ ਅਸੀਂ ਆਪਣਾ ਵੀ ਕਲਿਆਣ ਸੋਚਦੇ ਹਾਂ, ਦੂਸਰਿਆਂ ਦਾ ਵੀ ਕਲਿਆਣ ਸੋਚਦੇ ਹਾਂ। ਉਸ ਮਤਲਬ ਕਲਿਆਣਕਾਰੀ ਬਾਪ ਦੇ ਬੱਚੇ, ਮਾਸਟਰ ਕਲਿਆਣਕਾਰੀ ਹੋ ਕਰਕੇ ਕਿੰਨਾ ਟਾਈਮ ਰਹਿੰਦੇ ਹਾਂ ਅਸੀਂ। ਅੱਛਾ। ਔਰ ਇਸ ਦੇ ਨਾਲ ਨਾਲ ਅੰਡਰਸਟੂਡ ਹੈ ਕਿ ਪਰਮਾਤਮਾ ਦੀ ਮਹਿਮਾ 'ਚ ਉਹਨਾਂ ਦੇ ਬਾਰੇ 'ਚ ਤੇ ਸਾਰੀ ਗੱਲਾਂ ਵਾਸਤੇ ਕਿਹਾ ਜਾਂਦਾ ਹੈ। ਇੱਕ ਤੇ ਉਹ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਰਚਤਾ ਹੈਗੇ, ਔਰ ਫਿਰ ਉਸ ਦੇ ਨਾਲ ਇਹ ਵੀ ਹੈ ਕਿ ਉਹ ਜੀਵ ਆਤਮਾ ਦਾ ਕਹੋ ਜਾਂ ਮਨੁੱਖ ਆਤਮਾ ਦੇ ਸਭ ਤੋਂ ਵੱਡੇ ਮਿੱਤਰ ਹੈਗੇ। ਮਿੱਤਰ ਕਿਉਂ ਕਿਹਾ ਜਾਂਦਾ ਹੈ? ਕਿ ਜਦੋਂ ਦੁੱਖ ਦਾ ਟਾਈਮ ਹੁੰਦਾ ਹੈ, ਕੋਈ ਬਾਈ ਚਾਂਸ, ਤੇ ਹੋਰ ਕੋਈ ਆ ਕਰਕੇ ਸਾਨੂੰ ਮਦਦ ਨਹੀਂ ਕਰ ਸਕਦਾ, ਪਰਮਾਤਮਾ ਕਰਦਾ ਹੈ। ਅੱਛਾ। ਅਸੀਂ ਆਪਣੇ ਲਾਈਫ ਟਾਈਮ 'ਚ ਬਹੁਤ ਅਨੁਭਵ ਕੀਤੇ ਆ। ਕਦੀ ਕਦੀ ਲੋਕ ਸੋਚਣਗੇ ਬਸ ਇਹ ਗਿਆ ਜੀ, ਲੇਕਿਨ ਉਹ ਬਾਬਾ ਨੂੰ ਹੁਣ ਸਾਡੀ ਲੋੜ ਹੈ ਅਗਰ ਸੇਵਾ ਦੇ ਵਾਸਤੇ, ਜੀ, ਤੇ ਉਹ ਉਹਨਾਂ ਦੀ ਮਦਦ ਨਾਲ ਸਭ ਅੱਛਾ ਹੋ ਜਾਂਦਾ ਹੈ। ਇਸ ਕਰਕੇ ਬੜਾ ਨਿਸ਼ਚੈ ਪੱਕਾ ਚਾਹੀਦਾ ਬਾਪ ਉੱਪਰ। ਵੈਸੇ ਵੀ ਮੰਨਦੇ ਤਾਂ ਸਾਰੀ ਦੁਨੀਆ ਹੈ, ਐਸਾ ਨਹੀਂ ਕਿ ਨਹੀਂ ਮੰਨਦੇ ਆ, ਲੇਕਿਨ ਪਹਿਚਾਨ ਕਰਕੇ, ਉਹਦੇ ਸਰੂਪ ਨੂੰ ਜਾਣ ਕਰਕੇ, ਉਹਨਾਂ ਦੇ ਨਾਲ ਆਪਣਾ ਸੰਬੰਧ ਪ੍ਰੈਕਟੀਕਲ ਇਸਟੈਬਲਿਸ਼ ਕਰਕੇ, ਉਸ ਆਧਾਰ 'ਤੇ ਜਦੋਂ ਅਸੀਂ ਚੱਲਦੇ ਹਾਂ ਤੇ ਫਿਰ ਤੁਸੀਂ ਦੇਖੋ ਜੀਵਨ 'ਚ ਕਿਤਨਾ ਆਨੰਦ ਆ ਜਾਂਦਾ ਹੈ, ਕਿਤਨਾ ਸੁੱਖ ਆ ਜਾਂਦਾ ਹੈ, ਕਿਤਨੀ ਸ਼ਾਂਤੀ ਆ ਜਾਂਦੀ ਹੈ। ਜੋ ਪਰਮਾਤਮਾ ਦੇ ਗੁਣ ਹੈਗੇ, ਜਿਹਦੇ ਵਾਸਤੇ ਸਾਰਾ ਸੰਸਾਰ ਉਹਨਾਂ ਨੂੰ ਯਾਦ ਕਰਦਾ ਹੀ, ਇਹ ਸੋਚਣਾ ਪਏਗਾ। ਇਹ ਨਹੀਂ ਕਿ ਹਿੰਦੂ ਕਰਦਾ ਹੀ ਮੁਸਲਮਾਨ ਨਹੀਂ ਕਰੇਗਾ, ਜਾਂ ਮੁਸਲਮਾਨ ਕਰਦਾ ਹੀ ਤੇ ਕ੍ਰਿਸਚਨ ਨਹੀਂ ਕਰੇਗਾ, ਕ੍ਰਿਸਚਨ ਕਰਦਾ ਹੀ ਤੇ ਸਿੱਖ ਨਹੀਂ ਕਰੇਗਾ, ਇਸ ਤਰ੍ਹਾਂ ਕੁਛ ਨਹੀਂ। ਹੋ ਸਕਦਾ ਕੋਈ ਇਹੋ ਜਿਹੇ ਵੀ ਰਿਲੀਜਨ ਹੈਗੇ ਜਿਹੜੇ ਕੋਈ ਨੇਚਰ 'ਚ ਵਿਸ਼ਵਾਸ ਕਰਦੇ ਹੈ, ਔਰ ਕੋਈ ਆਪਣੇ ਸਿਰਫ ਕਰਮਾਂ 'ਚ ਹੀ ਵਿਸ਼ਵਾਸ ਕਰਦੇ ਹੈ, ਫਿਰ ਵੀ ਉਹ
ਮੰਨਦੇ ਆ देयर इज सम हायर ਪਾਵਰ ਆਪਣੇ ਹਿਸਾਬ ਨਾਲ। ਤੇ ਜਿਨ੍ਹਾਂ ਨੇ ਈਸ਼ਵਰੀ ਗਿਆਨ ਨੂੰ ਅੱਛੀ ਤਰ੍ਹਾਂ ਸਮਝਿਆ ਹੀ ਉਹ ਤੇ ਜਾਣ ਸਕਦੇ ਆ ਵੀ ਕਿ ਅਸੀਂ ਜਿਤਨਾ शिव ਬਾਬਾ ਦੀ ਔਰ ਬ੍ਰਹਮਾ ਬਾਬਾ ਦੀ ਦਿੱਤੀ ਹੋਈ ਜਿਹੜੀ ਨੌਲੇਜ ਹੈ, ਗਿਆਨ ਹੈ, ਉਸ ਨੂੰ ਅੱਛੀ ਤਰ੍ਹਾਂ ਸਮਝ ਕਰਕੇ ਉਹਦੇ ਵਿੱਚ ਜਿਹੜੀ ਉਹਨਾਂ ਦੀ ਸ਼੍ਰੀਮਤ ਹੈ, ਸ਼੍ਰੀਮਤ ਮੁਰਲੀ 'ਚ ਕੋਈ ਨਾ ਕੋਈ ਇਹੋ ਜਿਹੀਆਂ ਗੱਲਾਂ ਆਉਂਦੀਆਂ ਹੀ ਆ ਜਿਹਨੂੰ ਸ਼੍ਰੀਮਤ ਕਿਹਾ ਜਾਏਗਾ, ਜੀ ਜੋ ਮਨੁੱਖ ਨਹੀਂ ਕਹਿ ਸਕਦੇ, ਆਮ ਆਦਮੀ ਨਹੀਂ ਕਹਿ ਸਕਦਾ। ਅਸੀਂ ਅਗਰ ਉਹਨਾਂ ਦੀ ਸ਼੍ਰੀਮਤ 'ਤੇ ਚੱਲਣ ਦਾ ਨਿਸ਼ਚੇ ਕਰ ਲਈਏ, ਕੁਛ ਵੀ ਹੋ ਜਾਏ, ਅਸੀਂ ਸ਼੍ਰੀਮਤ 'ਤੇ ਚੱਲਣਾ ਹੈ। ਤੇ ਸ਼੍ਰੀਮਤ ਮਨੁੱਖ ਨੂੰ ਸ੍ਰੇਸ਼ਟ ਬਣਾਉਂਦੀ ਹੈ। ਜੋ ਸ਼੍ਰੀਮਦ ਭਗਵਤ ਗੀਤਾ ਨਾ ਹੀ ਇਸ ਕਰਕੇ ਪਿਆ ਜੀ ਜੀ। ਪਹਿਲੀ ਗੱਲ ਹੈ ਕਿ ਸ਼੍ਰੀਮਦ ਭਗਵਤ ਗੀਤਾ ਸ਼ਾਸਤਰ ਜਿਹੜਾ ਬਣਿਆ ਹੈ ਉਹ ਕਿਸ ਆਧਾਰ ਤੇ ਬਣਿਆ ਹੈ? ਜਦੋਂ ਸਵਯੰ ਪਿਤਾ ਪਰਮਾਤਮਾ ਨੇ ਈਸ਼ਵਰੀ ਗਿਆਨ ਦਿੱਤਾ ਹੈ, ਉਹ ਸਿੰਬੋਲਿਕ रूप ਚ भगवान और अर्जुन का संवाद कह ਦਿੱਤਾ ਉਹਨੂੰ। ਲੇਕਿਨ ਤੁਸੀਂ ਦੇਖਣਗੇ ਉਹਦੇ ਵਿੱਚ ਜੀਵਨ ਦੇ ਨਾਲ ਸੰਬੰਧਿਤ, ਕਰਮਾਂ ਦੇ ਨਾਲ ਸੰਬੰਧਿਤ, ਪਰਮਾਤਮਾ ਦੇ ਬਾਰੇ ਚ ਸੰਬੰਧਿਤ, ਹਿਊਮਨ ਰਿਲੇਸ਼ਨਸ, ਆਪਸੀ ਰਿਲੇਸ਼ਨ ਉਹਦੇ ਬਾਰੇ ਚ ਜੀ, ਔਰ ਹਿਊਮਨ ਬੀਇੰਗ ਦੀ ਜੋ ਆਪਣੀ ਸ਼ਕਤੀ ਹੈ ਉਹਦੇ ਬਾਰੇ 'ਚ, ਉਹਦਾ ਸਦਉਪਯੋਗ ਕਿਸ ਤਰ੍ਹਾਂ ਕਰਨਾ ਉਹਦੇ ਬਾਰੇ 'ਚ ਕਈ ਗੱਲਾਂ ਹੈਗੀਆਂ। ਤੇ ਉਹ ਜਿਹੜਾ ਈਸ਼ਵਰੀ ਗਿਆਨ ਹੈ ਔਰ ਸਹਿਜ ਰਾਜ ਯੋਗ, ਜਿਸ ਦਾ ਵਰਣਨ ਵੀ ਉਹਦੇ ਵਿੱਚ ਹੈ ਕਿ ਮੈਂ ਸਭ ਤੋਂ ਉੱਚਾ ਯੋਗ ਸਿਖਾਉਣਾ ਹੈ, ਜਿਸ ਯੋਗ ਨਾਲ ਕਰਮਾਂ 'ਚ ਕੁਸ਼ਲਤਾ ਆ ਜਾਂਦੀ ਹੈ, ਸ੍ਰੇਸ਼ਟਤਾ ਆ ਜਾਂਦੀ ਹੈ। ਇਸ ਕਰਕੇ ਉਹਨੂੰ ਰਾਜ ਯੋਗ ਕਿਹਾ ਜਾਂਦਾ ਹੈ। ਤੇ ਉਹ ਸਾਰੀਆਂ ਗੱਲਾਂ ਜਦੋਂ ਅਸੀਂ ਸੋਚਦੇ ਹਾਂ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਪਰਮਾਤਮਾ ਨੂੰ ਖਾਸ ਸਾਡੇ ਵਾਸਤੇ ਕਿਤਨਾ ਖਿਆਲ ਹੈ, ਕਿਤਨਾ ਧਿਆਨ ਹੈ। ਔਰ ਸਾਨੂੰ ਫਿਰ ਹਿਊਮਨ ਬੀਇੰਗਸ 'ਚ ਇੱਕ ਵਿਸ਼ੇਸ਼ਤਾ ਹੈਗੀ ਹੈ। ਓਕੇ। ਵਿਸ਼ੇਸ਼ਤਾ ਇਹ ਹੈਗੀ ਹੈ ਕਿ ਜਦੋਂ ਉਹਨਾਂ ਨੂੰ ਕੋਈ ਲਕਸ਼ ਉੱਚਾ ਦਿੱਤਾ ਜਾਂਦਾ ਹੈ ਕਿ ਤੁਸੀਂ ਇਹ ਪੁਰਸ਼ਾਰਥ ਕਰਨਗੇ ਤੇ ਤੁਸੀਂ ਇਸ ਤਰ੍ਹਾਂ ਦੇ ਬਣ ਜਾਣਗੇ, ਤੇ ਪਰਮਾਤਮਾ ਪਿਤਾ ਨੇ ਉਹ ਲਕਸ਼ ਦਿੱਤਾ ਹੈ ਜਿਹੜਾ ਦੁਨੀਆ 'ਚ ਕੋਈ ਨਹੀਂ ਦਿੰਦਾ। ਜੀ, ਵੀ ਤੁਸੀਂ ਇਸ ਈਸ਼ਵਰੀ ਗਿਆਨ ਔਰ ਸਹਿਜ ਰਾਜ ਯੋਗ ਦੇ ਜ਼ਰੀਏ ਮਨੁੱਖ ਤੋਂ ਦੇਵਤਾ ਬਣ ਸਕਦੇ ਹੋ। ਹੁਣ ਇਹਦੀ ਮਹਿਮਾ ਤੇ ਗੁਰਬਾਣੀ 'ਚ ਵੀ ਹੈ, ਮਾਨੁਸ਼ ਤੇ ਦੇਵਤਾ ਕੀਏ ਕਰਤ ਨ ਲਾਗੇ ਵਾਰ। ਲੇਕਿਨ ਪ੍ਰੈਕਟੀਕਲ ਕਿਤਨੇ ਬਣੇ ਦੇਵਤਾ? ਅੱਜ ਦੀ ਦੁਨੀਆ 'ਚ ਤੁਹਾਨੂੰ ਦੇਖਣ 'ਚ ਕਿੰਨੇ ਦੇਵਤਾ ਮਿਲਦੇ ਆ? ਬਿਲਕੁਲ ਵੀ ਨਹੀਂ। ਤੇ ਇਸ ਕਰਕੇ ਮਨੁੱਖ ਤੋਂ ਦੇਵਤਾ ਬਣਨਾ ਪ੍ਰੈਕਟੀਕਲ 'ਚ, ਉਹਦੇ ਵਾਸਤੇ ਇਹ ਲਾਈਫ ਲੌਂਗ ਕੋਰਸ ਹੈਗਾ ਜੀ, ਈਸ਼ਵਰੀ ਗਿਆਨ ਔਰ ਸਹਿਜ ਰਾਜ ਯੋਗ ਦਾ। ਤੇ ਜਿਤਨਾ ਅਸੀਂ ਉਹਦੀ ਪ੍ਰੈਕਟਿਸ ਕਰਦੇ ਹਾਂ, ਉਹਦੀ ਮਹੀਨਤਾ 'ਚ ਜਾਂਦੇ ਹਾਂ, ਤੇ ਇੱਕ ਪਾਸੇ ਸਾਨੂੰ ਉਹਦਾ ਸੁੱਖ ਮਿਲਦਾ ਹੀ, ਦੂਜੇ ਪਾਸੇ ਸਾਨੂੰ ਇਹ ਵੀ ਪਤਾ ਲੱਗਦਾ ਹੀ ਕਿ ਅਜੇ ਅਸੀਂ ਹੋਰ ਕੀ ਕਰਨਾ ਹੈ। ਸਾਡੇ ਅੰਦਰ ਸੰਕਲਪਾਂ 'ਚ ਕਿਤਨੀ ਉਚਾਈ ਆਈ ਹੈ, ਮਨ 'ਚ, ਵਾਣੀ 'ਚ, ਕਰਮ 'ਚ, ਔਰ ਫਿਰ ਸੁਪਨ ਤਾਈਂ ਵੀ
ਕੋਈ ਨੈਗੇਟਿਵ ਗੱਲਾਂ ਸਾਡੇ ਮਨ 'ਚ ਨਾ ਆਉਣ। ਅੱਛਾ। ਔਰ ਪਲ ਪਲ ਅਸੀਂ ਬਾਬਾ ਨੂੰ ਯਾਦ ਕਰੀਏ। ਸਾਡਾ ਮਨ ਹੋਰ ਇੱਧਰ ਉੱਧਰ ਭਟਕਣ ਦੀ ਬਜਾਏ ਉਹ ਪਰਮਾਤਮਾ ਦੇ ਸਰੂਪ 'ਚ ਕਹੋ, ਪਰਮਾਤਮਾ ਦੇ ਗੁਣਾਂ 'ਚ ਕਹੋ, ਪਰਮਾਤਮਾ ਦੇ ਸ਼ਕਤੀਆਂ 'ਚ ਕਹੋ, ਪਰਮਾਤਮਾ ਦੇ ਨਾਲ ਜਿਹੜਾ ਸਾਡਾ ਸੰਬੰਧ ਹੈ, ਸਰਬ ਸੰਬੰਧ ਉਹਨਾਂ ਦੇ ਨਾਲ ਹੈਗੇ। ਕੋਈ ਵੀ ਸੰਬੰਧ ਦੇ ਕਾਰਨ ਉਹਨਾਂ ਦੇ ਸਿਮਰਤੀ 'ਚ ਮਨ ਲੱਗਿਆ ਰਹੇ ਤੇ ਫਿਰ ਤੁਸੀਂ ਉਹਨਾਂ ਦੇ ਸਮਾਨ ਬਣਦੇ ਜਾਣਗੇ। ਤੇ ਉਹ ਦੇਖਣਾ ਹੀ ਕਿ ਅਸੀਂ ਸ਼ਿਵ ਬਾਬਾ ਦੀ ਸਮਾਨਤਾ 'ਚ ਜਾਂ ਬ੍ਰਹਮਾ ਬਾਬਾ ਦੀ ਸਮਾਨਤਾ 'ਚ ਕਿਤਨੇ ਤਾਈਂ ਆਏ। ਇਹ ਬੜੀ ਗਹਿਰੀ ਗੱਲਾਂ ਹੈਗੀਆਂ ਤੇ ਇਹ ਗੱਲ ਹੈਗੀ ਹੈ। ਇਸ ਕਰਕੇ ਬੜਾ ਇੱਕ ਸੂਖਸ਼ਮ ਪੁਰਸ਼ਾਰਥ ਕਰਨਾ ਪੈਂਦਾ ਇਹਦੇ ਵਾਸਤੇ। ਉਹ ਸੂਖਸ਼ਮ ਪੁਰਸ਼ਾਰਥ ਇਹੀ ਹੈ ਕਿ ਯਾਦ 'ਚ ਚਾਰੇ ਸਬਜੈਕਟ ਗਿਆਨ, ਯੋਗ, ਧਾਰਨਾ ਤੇ ਸੇਵਾ, ਚਾਰੇ ਸਬਜੈਕਟ ਦੀ ਜਿਹੜੀ ਵਿਸ਼ਾਲਤਾ ਹੈ, ਜੋ ਉਹਦੀ ਗਹਿਰਾਈ ਹੈ ਔਰ ਜੋ ਉਹਦੀ ਧਾਰਨਾ ਦੇ ਫਲਸਰੂਪ ਲਾਭ ਕੀ ਮਿਲਦਾ, ਇਹ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖਣਾ ਪੈਂਦਾ ਹੈ। ਸਮ ਟੋਟਲ ਆਫ ਆਲ ਦਾ 4 ਸਬਜੈਕਟਸ ਉਹਨੂੰ ਤੁਸੀਂ ਦੇਖਣਗੇ ਹੋ ਤੇ ਜਿੰਨਾ ਤੁਸੀਂ ਉਹਦੇ ਬਾਰੇ 'ਚ ਆਪਣੇ ਮਨ ਨੂੰ ਟਿਊਨ ਅਪ ਕਰ ਸਕਦੇ ਹੋ, ਓਨਾ ਹੀ ਤੁਹਾਨੂੰ ਸੁੱਖ ਜ਼ਿਆਦਾ ਮਿਲਦਾ, ਆਂਤਰਿਕ ਸੁੱਖ ਜੀ, ਜਿਸ ਨੂੰ ਕਿਹਾ ਜਾਂਦਾ ਹੈ ਅਤੀ ਇੰਦਰੀਏ ਸੁੱਖ, ਇੰਦਰੀਆਂ ਤੋਂ ਵੀ ਪਰੇ ਦਾ ਸੁੱਖ, ਜਿਸ ਨੂੰ ਰਿਸ਼ੀ ਮੁਨੀ ਇਹ ਉਹ ਸਭ ਢੂੰਡਦੇ ਰਹਿ ਗਏ। ਅਤੇ ਇੰਦਰੀਏ ਸੁੱਖ ਨਹੀਂ ਮਿਲਿਆ ਤੇ ਨੇਤੀ ਨੇਤੀ। ਠੀਕ ਹੈ ਜੀ ਭਾਈ ਸਾਹਿਬ, ਬਿਲਕੁਲ। ਥੈਂਕ ਯੂ। ਓਕੇ। ਓਮ ਸ਼ਾਂਤੀ। ਸੁਣਨ ਵਾਲੇ ਭਾਈ ਭੈਣਾਂ ਨੂੰ ਬਹੁਤ ਬਹੁਤ ਮੁਬਾਰਕ ਵੀ ਹੋਏ, ਧੰਨਵਾਦ ਵੀ ਹੋਏ। ਔਰ ਛੋਟੀ ਜੀ ਇੱਕ ਨਮਰ ਨਿਵੇਦਨ ਹੈ ਕਿ ਆਪਣੇ ਜੀਵਨ 'ਚ ਸਦਾ ਸੁਖੀ ਰਹਿਣ ਵਾਸਤੇ ਜਿਸ ਤਰ੍ਹਾਂ ਸਰੀਰ ਦੇ ਬਾਰੇ ਸੋਚੀਦਾ ਕਿ ਸਾਡਾ ਸਰੀਰ ਬੜਾ ਤੰਦਰੁਸਤ ਰਹੇ, ਉਹਦੇ ਵਾਸਤੇ ਖਾਣ ਪਾਣ ਦਾ ਬੜਾ ਧਿਆਨ ਰੱਖਿਆ ਜਾਂਦਾ ਹੈ ਔਰ ਉਹਦੇ ਨਾਲ ਨਾਲ ਖੁੱਲ੍ਹੀ ਹਵਾ ਦਾ ਔਰ ਧੁੱਪ ਦੀ ਥੋੜ੍ਹੀ ਰੋਸ਼ਨੀ ਦਾ, ਉਹ ਸਭ ਚੀਜ਼ਾਂ ਆਉਂਦੀਆਂ। ਇਸੇ ਤਰ੍ਹਾਂ ਹੀ ਆਪਣਾ ਜੀਵਨ ਅਗਰ ਤੁਸੀਂ ਸਦਾ ਸੁਖੀ ਬਣਾਉਣਾ ਚਾਹੁੰਦੇ ਹੋ ਤੇ ਆਪਣੇ ਜੀਵਨ 'ਚ ਈਸ਼ਵਰੀ ਗਿਆਨ, ਸਹਿਜ ਰਾਜ ਯੋਗ, ਦੈਵੀ ਗੁਣਾਂ ਦੀ ਧਾਰਨਾ ਔਰ ਈਸ਼ਵਰੀ ਸੇਵਾ, ਇਹ 4 ਸਬਜੈਕਟਸ, ਇਹਦੇ ਬਾਰੇ 'ਚ ਵੀ ਥੋੜ੍ਹਾ ਜਿਹਾ ਟਾਈਮ ਜ਼ਰੂਰ ਦਿਓ। ਮੈਂ ਤਾਂ ਕਹਿੰਦਾ ਹੀ 24 ਘੰਟੇ 'ਚੋਂ ਘੱਟ ਤੋਂ ਘੱਟ 1 ਘੰਟਾ ਉਹਦੇ ਵਾਸਤੇ ਜ਼ਰੂਰ ਚਾਹੀਦਾ। ਲਕਸ਼ ਰੱਖਣਗੇ ਹੋ ਤੇ ਤੁਹਾਨੂੰ ਜ਼ਰੂਰ ਬਾਬਾ ਦੀ ਮਦਦ ਮਿਲੇਗੀ। ਸ਼ਿਵ ਬਾਬਾ, ਬ੍ਰਹਮਾ ਬਾਬਾ, ਬਾਪ ਦਾਦਾ ਦੀ ਮਦਦ ਮਿਲੇਗੀ ਔਰ ਤੁਸੀਂ ਆਪਣੇ ਜੀਵਨ 'ਚ ਸਫਲਤਾ ਪ੍ਰਾਪਤ ਕਰ ਸਕਦੇ ਹੋ। ਓਮ ਸ਼ਾਂਤੀ।